ਅੱਜ ਦੀ ਇਸ ਸਭਾ ਵਿੱਚ ਬਿਰਾਜਮਾਨ ਸਮੂਹ ਸਨਮਾਨ ਹਸਤੀਆਂ ਨੂੰ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਬਲਦੀਪ ਸਿੰਘ ਰਾਮੋਵਾਲੀਆ ਜੀ ਨੇ ਆਪਣਾ ਸਿੰਘ ਸਭਾ ਦੇ ਪਿਛੋਕੜ ਬਾਰੇ, ਉਹਦੇ ਇਤਿਹਾਸ ਬਾਰੇ ਵਿਸਥਾਰਤ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਹੈ। ਬਲਦੀਪ ਸਿੰਘ ਜੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਸਰਗਰਮ ਰਹਿੰਦੇ ਆ। ਇਹਨਾਂ ਨੇ ਬਹੁਤ ਜਿਹੜਾ ਉਹ ਡਿਟੇਲ ਦੇ ਨਾਲ ਆਪਦੀ ਨਾਲ ਸਾਰਾ ਕੁਝ ਦੱਸਿਆ ਹੈਗਾ ਸਿੰਘ ਸਭਾ ਦੇ ਬਾਰੇ। ਮੇਰੇ ਹਿੱਸੇ ਉਸ ਤੋਂ ਬਾਅਦ ਵਾਲਾ ਜਿਹੜਾ ਪੱਖ ਹੈਗਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਖਾਸ ਕਰਕੇ ਗੁਰਦੁਆਰਾ ਸੁਧਾਰ ਲਹਿਰ ਦਾ, ਉਹਦੇ ਬਾਬਤੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਅਤੇ ਮੈਨੂੰ ਲੱਗਦਾ ਜਿਸ ਤਰ੍ਹਾਂ ਦੀ ਅੱਜ ਆਡੀਅੰਸ ਹੈ, ਇਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਮੇਰੇ ਪੱਧਰ ਤੋਂ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਵੱਧ ਗਿਆਨ ਰੱਖਦੇ ਨੇ। ਸੋ ਅੱਜ ਮੈਨੂੰ ਲੱਗਦਾ ਕਿ ਮੈਂ ਆਪਣਾ ਜਿਹੜਾ ਸਮਾਂ ਆ ਹੋਰ ਵੀ ਜਿਹੜਾ ਆ ਉਹ 10-15 ਮਿੰਟ ਅੱਜ ਦੀ ਸਭਾ ਨੂੰ ਵਿਚਾਰ ਇੱਥੇ ਦੇਵਾਂਗਾ ਅਤੇ ਮੈਂ ਆਪਣਾ ਲੈਕਚਰ ਥੋੜ੍ਹਾ ਜਿਹੜਾ ਵਿਚਾਰ ਮੈਂ ਸੰਖੇਪ ਰੱਖਾਂਗਾ, ਕਿਉਂਕਿ ਅਸੀਂ ਅੱਜ ਦਾ ਜਿਹੜਾ ਮੇਨ ਲਾਭ ਹੈਗਾ ਆ ਉਹ ਵਿਚਾਰ ਗੋਸ਼ਟੀ ਦਾ ਸੰਵਾਦ ਦੇ ਰੂਪ ਵਿੱਚ ਅਸੀਂ ਵੱਧ ਤੋਂ ਵੱਧ ਸਮੇਂ ਨੂੰ ਵਰਤ ਸਕੀਏ। ਜਿਸ ਤਰ੍ਹਾਂ ਬਲਦੀਪ ਸਿੰਘ ਜੀ ਨੇ ਦੱਸਿਆ ਪਿੱਠਭੂਮੀ ਸਾਰੀ ਉਹਦੇ ਪਿਛੋਕੜ ਸਿੰਘ ਸਭਾ ਲਹਿਰ ਦਾ, ਉਹਦੇ ਦਰਮਿਆਨ ਜਿਹੜਾ ਅੱਜ ਦੇ ਵਰਤਮਾਨ ਦੇ ਵਿੱਚ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਆ ਵੱਖ-ਵੱਖ ਇੰਸਟੀਟਿਊਸ਼ਨ ਵੱਲੋਂ, ਵੱਖ-ਵੱਖ ਅਦਾਰਿਆਂ ਵੱਲੋਂ। ਅਸੀਂ ਕੱਲ੍ਹ ਪਰਸੋਂ ਵੀ ਇੱਕ ਸਮਾਗਮ ਵਿੱਚ ਸ਼ਾਮਲ ਹੋ ਕੇ ਆਏ ਹਾਂ। ਗੁਰਮਤੇ ਨੂੰ ਲਾਗੂ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਵੱਡਾ ਇਕੱਠ ਹੋਇਆ ਸੀ। ਇਹ ਸਾਰੇ ਨਰੇਟਿਵ ਦੇ ਵਿੱਚ ਅੱਜ ਕੱਲ੍ਹ ਬਾਹਰ ਦੀਆਂ ਯੂਨੀਵਰਸਿਟੀਆਂ ਭਾਵੇਂ ਮੰਡੇਰ ਹੋਵੇ, ਇਹ ਥੀਸਿਸ ਦਿੱਤਾ ਜਾ ਰਿਹਾ ਹੈ ਕਿ ਇਹ ਜਿਹੜਾ ਹੁਣ ਜਿਹੜਾ ਸਕੂਲ ਆਫ ਥਾਟ ਸਿੰਘ ਸਭਾ ਦਾ ਸੀਗਾ, ਜਿਹੜਾ ਸਿੰਘ ਸਭਾ ਤੋਂ ਹੁੰਦਾ ਹੋਇਆ ਅੱਜ ਤੱਕ ਸ਼੍ਰੋਮਣੀ ਕਮੇਟੀ ਤੱਕ ਪਹੁੰਚਿਆ ਹੈ, ਇਹ ਅੰਗਰੇਜ਼ਾਂ ਦੀ ਬਦੌਲਤ ਸੀ। ਇਸ ਤੋਂ ਪਹਿਲਾਂ ਸਾਰਾ ਕੁਝ ਗੁਰੂ ਪ੍ਰਥਾ ਅਨੁਸਾਰ, ਵਿਰਾਸਤ ਅਨੁਸਾਰ ਠੀਕ ਚੱਲ ਰਿਹਾ ਸੀ। ਇਹਨਾਂ ਨੇ, ਅੰਗਰੇਜ਼ਾਂ ਨੇ ਆ ਕੇ ਇਹ ਸਾਰਾ ਜਿਹੜਾ ਪ੍ਰਵਚਨ ਬਦਲ ਦਿੱਤਾ, ਇੱਕ ਨਵਾਂ ਜਿਹੜਾ ਆ ਉਹ ਸਕੂਲ ਆਫ ਥਾਟ ਦਿੱਤਾ ਅਤੇ ਉਹਨੇ ਸਾਡਾ ਸਾਰਾ ਕੁਝ ਡਿਸਟਰੈਕਟ ਕਰ ਦਿੱਤਾ ਆ। ਅੱਜ ਜਿੰਨੀਆਂ ਵੀ ਸਾਡੇ ਨਾਲ ਖੁਆਰੀਆਂ ਹੋ ਰਹੀਆਂ ਨੇ, ਉਹ ਕਿਤੇ ਨਾ ਕਿਤੇ ਨਿਸ਼ਾਨਦੇਹੀ ਕਰਕੇ ਉੱਧਰ ਨੂੰ ਗੱਲ ਜਿਹੜੀ ਲਿਜਾਈ ਜਾ ਰਹੀ। ਔਰ ਇਹ ਜਿਹੜਾ ਪ੍ਰਵਚਨ ਹੈ, ਇਹ ਮੁੜ ਜਿਹੜਾ ਆ ਸਾਡਾ ਸੰਪਰਦਾਇ ਡੇਰਾਵਾਦ, ਜਿਸ ਕਰਕੇ ਗੁਰਦੁਆਰਾ ਸੁਧਾਰ ਲਹਿਰ ਪੈਦਾ ਹੋਈ, ਉੱਧਰ ਨੂੰ ਲਿਜਾਣ ਦਾ ਹੀ ਜਿਹੜਾ ਯਤਨ ਹੋ ਰਹੇ ਨੇ। ਉਹਨਾਂ ਨੇ ਵੀ ਜਿਹੜਾ ਸਾਰਾ ਆਇਆ ਕਿ ਇਸੇ ਕਰਕੇ ਆ। ਜੇ ਇਸੇ ਕਰਕੇ ਹੋਇਆ ਹੁੰਦਾ ਤਾਂ ਜਿੱਥੇ ਗੁਰਦੁਆਰਾ ਐਕਟ ਲਾਗੂ ਨਹੀਂ ਹੋਇਆ, ਜਿੱਥੇ ਕਦੀ ਚੋਣਾਂ ਨਹੀਂ ਹੋਈਆਂ, ਉਹਨਾਂ ਦੇ ਹਾਲਾਤ ਤਾਂ ਬਿਲਕੁਲ ਠੀਕ ਹੋਣੇ ਚਾਹੀਦੇ। ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਜਿੰਨੀਆਂ ਵੀ ਸੰਪਰਦਾਵਾਂ ਨੇ, ਜਿੱਥੇ ਗੁਰਦੁਆਰਾ ਐਕਟ ਲਾਗੂ ਨਹੀਂ ਹੋਇਆ, ਉੱਥੇ ਕੀ ਹਾਲਾਤ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਉਹਦੇ ਹਾਲਾਤ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਸੀਂ ਸਹਿਮਤ ਨਹੀਂ ਹਾਂ। ਬਹੁਤ ਸਾਰੀਆਂ ਇਹਦੇ ਵਿੱਚ ਗਿਰਾਵਟਾਂ ਆ ਗਈਆਂ ਨੇ ਅਤੇ ਇਹ ਹੈਗੀਆਂ ਨੇ, ਇਹਦੇ 'ਚ ਕੁਝ ਮਨੁੱਕਰ ਨਹੀਂ ਹੁੰਦੇ, ਲੇਕਿਨ ਉਹਨਾਂ ਸੰਪਰਦਾਵਾਂ ਦੇ ਹਾਲ ਤਾਂ ਉਸ ਤੋਂ ਵੀ ਬਹੁਤ ਮਾੜੇ ਆ। ਉੱਥੇ ਤਾਂ ਸ਼੍ਰੋਮਣੀ ਕਮੇਟੀ 'ਚ ਤਾਂ ਫਿਰ ਵੀ ਮਾੜੀਆਂ ਮੋਟੀਆਂ ਸੰਭਾਵਨਾਵਾਂ ਹੈਗੀਆਂ ਕਿ ਕੱਲ੍ਹ ਨੂੰ ਕੋਈ ਪ੍ਰਬੰਧ ਚੇਂਜ ਹੋ ਗਿਆ ਤਾਂ ਨਵੇਂ ਸਿਸਟਮ ਦੇ ਵਿੱਚ ਕੁਝ ਨਵੀਆਂ ਸੰਭਾਵਨਾ 'ਚ ਉੱਥੇ ਸੁਧਾਰ ਦੇ ਚਾਂਸ ਹੈਗੇ ਆ। ਲੇਕਿਨ ਉਹ ਸੰਪਰਦਾਵਾਂ ਦੇ ਵਿੱਚ ਬਿਲਕੁਲ ਹੀ ਸਾਨੂੰ ਕੋਈ ਅੱਗੇ ਭਿੱਖ 'ਚ ਦਿਸਦਾ ਨਹੀਂ ਕਿ ਉੱਥੇ ਕੋਈ ਸੁਧਾਰ ਹੋ ਸਕਦਾ ਹੈਗਾ। ਸੋ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗੁਰਦੁਆਰਾ ਦਾ ਸੁਧਾਰ ਦੇ ਪਿੱਛੇ ਰਾਮੋਵਾਲੀਆ ਸਾਹਿਬ ਦੇ ਹਾਲਾਤ ਕੀ ਸੀਗੇ। ਗੁਰਦੁਆਰਿਆਂ ਦੇ ਵਿੱਚ, ਇਤਿਹਾਸਿਕ ਵੱਡੇ ਗੁਰਦੁਆਰਿਆਂ ਦੇ ਵਿੱਚ ਸਰਾਧਾਂ ਦਾ ਹੋਣਾ। ਔਰ ਮੇਰਾ ਜਿਹੜਾ ਜ਼ਿਆਦਾ ਸੰਦਰਭ ਹੈ ਕਿ ਜਿਹੜਾ ਗੁਰੂ ਸਾਹਿਬ ਜੀ ਨੇ ਖੰਡੇ ਬਾਟੇ ਤੋਂ ਖਾਲਸਾ ਪੰਥ, ਲਿਆਰੇ ਪੰਥ ਦੀ ਸਿਰਜਣਾ ਕੀਤੀ ਸੀ ਕੇਸਗੜ੍ਹ ਸਾਹਿਬ ਵਿਖੇ, ਉਹਦੇ ਵਿੱਚ ਉਹਦਾ ਸਾਡਾ ਸਾਰਾ ਪੁਰਾਣਾ ਸੀਗਾ ਜਿਹੜਾ ਗੋਤ ਜਾਤ ਸਭ ਕੁਝ ਸਾਡਾ, ਉਹਨੂੰ ਨਾਸ਼ ਕਰਕੇ ਇੱਕ ਸੁਤੰਤਰ ਖਾਲਸਾ ਬਣਾਇਆ ਸੀਗਾ। ਹਰ ਤਰ੍ਹਾਂ ਦਾ ਵਿਤਕਰਾ, ਭਾਵੇਂ ਜਾਤੀ ਆਧਾਰਿਤ ਹੋਵੇ, ਕਿਸੇ ਖੇਤਰ ਆਧਾਰਿਤ ਹੋਵੇ, ਬੋਲੀ ਆਧਾਰਿਤ, ਸਾਰੇ ਖਤਮ ਕਰਕੇ ਬਣਾਇਆ ਸੀਗਾ। ਲੇਕਿਨ ਗੁਰਦੁਆਰਾ ਸੁਧਾਰ ਲਹਿਰ ਤੱਕ ਉਹ ਬਿਮਾਰੀ ਸਾਡੇ ਤੱਕ ਦੁਬਾਰਾ ਕਿਸ ਤਰ੍ਹਾਂ ਆ ਗਈ ਸੀ?
ਗੁਰਦੁਆਰਾ ਸਾਹਿਬਾਨ ਨੂੰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਨੂੰ ਚੱਲਦਾ ਰੱਖਣ ਵਾਸਤੇ ਗੁਰੂ ਸਾਹਿਬ ਜੀ ਨੇ ਆਪਣੇ ਗੁਰੂ ਕਾਲ ਦੇ ਵਿੱਚ ਵੀ ਕੁਝ ਸਾਨੂੰ ਜਿਹੜੇ ਆ ਸਿਸਟਮ ਵਿਧੀ ਵਿਧਾਨ ਤਰੀਕਾਕਾਰ ਦਿੱਤੇ ਸੀਗੇ, ਜਿਨ੍ਹਾਂ ਵਿੱਚੋਂ ਮੰਜੀ ਸਿਸਟਮ ਸੀ, ਮਸੰਦ ਸਿਸਟਮ ਸੀ। ਤੇ ਗੁਰੂ ਕਾਲ ਦੇ ਵਿੱਚ ਹੀ ਇਹਨਾਂ ਦੇ ਵਿੱਚ ਵੀ ਜਿਹੜੀ ਹੈ ਗਿਰਾਵਟ ਆ ਗਈ ਸੀ। ਗੁਰੂ ਸਾਹਿਬ ਜੀ ਨੂੰ ਸਾਡੇ ਸਾਹਮਣੇ ਸਾਖੀਆਂ ਨੇ ਕਿ ਉਹਨਾਂ ਮਸੰਦ ਸਾੜਨੇ ਪਏ, ਸਾਰਾ ਸਿਸਟਮ ਸੁਧਾਰ ਕਰਨਾ ਪਿਆ। ਇਹ ਉਹਨਾਂ ਦੇ ਵਕਤ ਵੀ ਹੋਇਆ ਸੀ। ਤੇ ਇਹ ਕਿਵੇਂ ਪੋਸੀਬਲ ਹੈ ਜਿਹੜਾ ਅਸੀਂ ਮਿਲ ਕੇ ਸਿੰਘ ਸਭਾ ਦੇ ਸੇਵਕਾਂ ਨੇ ਜਾਂ ਗੁਰਦੁਆਰਾ ਸੁਧਾਰ ਜਿਹੜੇ ਲਹਿਰ ਦੇ ਸੇਵਕਾਂ ਨੇ ਜਿਹੜਾ ਸਿਸਟਮ ਸਿਰਜਿਆ ਆ, ਉਹ ਸਦੀਵੀ ਜਿਹੜਾ ਇਸ ਤਰ੍ਹਾਂ ਦਾ ਰਹੇਗਾ, ਉਹਨਾਂ ਵਿੱਚ ਕੋਈ ਗਿਰਾਵਟ ਕਿਸੇ ਕਿਸਮ ਦੀ ਨਹੀਂ ਆਏਗੀ। ਇਹ ਤਾਂ ਸੰਭਵ ਨਹੀਂ ਹੈ। ਗਿਰਾਵਟ ਉਸ ਕਰਕੇ ਆਉਣੀ ਹੈ, ਲੇਕਿਨ ਖਾਲਸਾ ਪੰਥ ਨੇ ਜਿਸ ਤਰ੍ਹਾਂ ਪਹਿਲਾਂ ਸੁਧਾਰ ਕੀਤੇ ਆ, ਇਸ ਤਰ੍ਹਾਂ ਇਹ ਗੁਰੂ ਆਸ਼ਰਮ ਤੱਕ ਉਹਦੇ 'ਤੇ ਸੁਧਾਰ ਕਰਨੇ ਆ, ਇਹ ਜ਼ਰੂਰੀ ਹੈ। ਤੇ ਇਸ ਵਕਤ ਜਿਹੜਾ ਸਾਡਾ ਅਸੀਂ 100 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਰੀਬਨ ਪੂਰੇ ਕਰ ਚੁੱਕੇ ਹਾਂ। ਜਿਹੜੇ ਕਾਰਨਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ, ਜਿਹੜਾ ਉਸ ਤੋਂ ਪਹਿਲਾਂ ਦਾ ਵਰਤਾਰਾ ਸੀਗਾ, ਜਿਹੜੇ ਲੋਕ, ਜਿਹੜੀਆਂ ਲਹਿਰਾਂ, ਜਿਹੜੀਆਂ ਸੰਪਰਦਾਵਾਂ ਉਸ ਲਈ ਜ਼ਿੰਮੇਵਾਰ ਸੀਗੀਆਂ, ਮੈਨੂੰ ਲੱਗਦਾ ਕਿ 100 ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹੀ ਵਰਤਾਰਾ ਜਿਹੜਾ ਦੁਬਾਰਾ ਸਰਵਾਈਵ ਹੋ ਗਿਆ ਕਿਸੇ ਤਰ੍ਹਾਂ। ਉਹ ਸ਼੍ਰੋਮਣੀ ਕਮੇਟੀ ਦੇ ਇਹ ਜਿਹੜੇ ਸੇਵਕ ਸੀ, ਸੇਵਾਦਾਰ ਸੀ ਵਰਤਮਾਨ, ਉਹਨਾਂ ਨੇ ਫੈਸਲਾ ਕਰ ਲਿਆ ਉਸ ਵਕਤ ਜਦੋਂ ਉਹਨਾਂ ਨੇ ਸੰਤ ਸਮਾਜ ਨਾਲ, ਡੇਰਾਵਾਦ ਨਾਲ ਪੋਲੀਟੀਕਲ ਕਾਰਨਾਂ ਕਰਕੇ ਸਮਝੌਤਾ ਕਰ ਲਿਆ। ਕਿਉਂਕਿ ਸਿੰਘ ਸਭਾ ਜਿਹੜਾ ਸਕੂਲ ਸੀਗਾ, ਉਹ ਜਿਹੜਾ ਇੱਕ ਥਾਟ ਦਾ ਸੀਗਾ, ਉਹ ਉਹਨਾਂ ਦਾ ਫਰਕ ਸੀਗਾ, ਉਹ ਜਿਹੜਾ ਸੰਪਰਦਾਇਆਂ ਨਾਲ ਚੱਲ ਹੀ ਨਹੀਂ ਸਕਦਾ। ਉਹਨਾਂ 'ਚ ਕੋਈ ਕਿਸੇ ਪੱਧਰ 'ਤੇ ਖਾਲਸਾ ਪੰਥ ਦੀ ਇਕਸੁਰਤਾ ਤਾਂ ਰਹੀ ਹੈ, ਕਈ ਮੁੱਦਿਆਂ 'ਤੇ ਸਾਡੇ ਸਾਰੇ ਪੰਥ ਦੀ ਇਕਸੁਰਤਾ ਹੈਗੀ ਆ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਸੰਬੰਧ ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਰਹਿਤ ਮਰਿਆਦਾ ਬਣਾਈ ਸੀ, ਉਦੋਂ ਵੀ ਇੱਕ ਸੁਰਤਾ ਕਰਨ ਦਾ ਜਿਹੜਾ ਉਹਨਾਂ ਦਾ ਵੱਡਾ ਯਤਨ ਸੀਗਾ। ਕਾਫੀ ਹੱਦ ਤੱਕ ਉਹਦੇ 'ਤੇ ਉਹ ਕਾਮਯਾਬ ਹੋਏ ਇਕਸੁਰਤਾ ਕਰਨ ਦੇ ਵਿੱਚ। ਲੇਕਿਨ ਇਹਨੂੰ ਕਈ ਵਾਰੀ ਇੱਕ ਸਾਰਤਾ ਦੇ ਰੂਪ 'ਚ ਲੈ ਲਿਆ ਜਾਂਦਾ ਹੈ। ਇੱਕ ਸਾਰਤਾ ਦਾ ਮੇਰੇ ਖਿਆਲ ਪੰਥ ਦੇ ਵਿੱਚ ਉਸ ਤਰ੍ਹਾਂ ਨਹੀਂ ਹੈਗਾ, ਕਿਉਂਕਿ ਪੰਥ ਵੱਖ-ਵੱਖ ਵੈਰਾਈਟੀਆਂ, ਵੱਖ-ਵੱਖ ਵਿਚਾਰਾਂ, ਵੱਖ-ਵੱਖ ਜਿਹੜੇ ਸੰਪਰਦਾਵਾਂ ਦੇ ਜਿਹੜੇ ਸਮੂਹ ਹੈਗਾ ਆ, ਉਹਨੂੰ ਕੋਈ ਨਾ ਕੋਈ ਉਹਦੀ ਜਿਹੜੀ ਵੱਖਰੇਵਾਂ ਆ, ਉਹਨੂੰ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਸਤਿਕਾਰ ਦਿੰਦਾ ਆ, ਥਾਂ ਦਿੰਦਾ ਆ। ਲੇਕਿਨ ਸਮੁੱਚੇ ਰੂਪ ਵਿੱਚ ਇੱਕ ਸੁਰਤਾ ਜਿਹੜੀ ਆ ਉਹ ਹਾਵੀ ਰਹਿੰਦੀ ਆ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪਹਿਲਾ ਸਾਰਾ ਇਤਿਹਾਸ ਹੈ, ਉਹਦੇ ਵਿੱਚ ਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੈ ਜਿਹੜਾ, ਉਹ 12 ਅਕਤੂਬਰ 1920 ਨੂੰ ਹੁੰਦਾ ਹੈ। ਸਾਡੇ ਅੱਜ ਵੀ ਸਮਾਜ 'ਚ ਅਸੀਂ ਦੇਖ ਰਹੇ ਹਾਂ, ਉਸ ਵਕਤ ਦੀਆਂ ਬਹੁਤ ਸਾਰੀਆਂ ਸਾਖੀਆਂ ਨੇ, ਰਾਮੋਵਾਲੀ ਸਾਹਿਬ ਨੇ ਦੱਸੀਆਂ ਨੇ। ਇੱਕ ਧਰਮ ਸਿੰਘ ਪਾਦਰੀ ਹੈ ਜਿਹੜਾ ਗੁਰਦਾਸਪੁਰ ਦਾ, ਉਹ ਪਾਦਰੀ ਕਿਉਂ ਬਣਦਾ ਧਰਮ ਸਿੰਘ ਤੋਂ? ਉਹ ਅੰਮ੍ਰਿਤਧਾਰੀ ਸਿੰਘ ਹੁੰਦਾ ਆ, 5 ਬਾਣੀਆਂ ਉਹਨੂੰ ਕੰਠ ਨੇ। ਉਹਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਗੁਰਬਾਣੀ ਸੁਣਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ। ਸੋ ਕਾਲਡ ਧਾਰਮਿਕ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ, ਤੇ ਉਹ ਹਾਲਾਤ ਇੱਥੇ ਤੱਕ ਪਹੁੰਚ ਜਾਂਦੇ ਆ ਕਿ ਉਹਨੂੰ ਜਿਹੜਾ ਆ ਸਿੱਖੀ ਤੋਂ ਬਾਹਰ ਜਾ ਕੇ ਕਿਤੇ ਕੋਈ ਆਸਰਾ ਲੈਣਾ ਪੈਂਦਾ। ਇਸ ਤੋਂ ਬਹੁਤ ਸਾਰੀਆਂ ਹੋਰ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਇੱਥੇ ਅਸੀਂ ਨਹੀਂ ਕਰ ਸਕਦੇ, ਲੇਕਿਨ ਸਮੁੱਚੇ ਰੂਪ 'ਚ ਹਾਲਾਤ ਇੱਥੇ ਪਹੁੰਚ ਜਾਂਦੇ ਆ। ਜਿਸ ਤੋਂ ਪਹਿਲਾਂ ਰਾਮੋਵਾਲੀ ਉੱਥੇ ਮੂਰਤੀਆਂ ਲੱਗੀਆਂ ਹੋਈਆਂ ਗੁਰੂ ਗ੍ਰੰਥ ਦਰਬਾਰ ਸਾਹਿਬ ਦੇ ਵਿੱਚ, ਔਰ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਅਛੂਤ ਕਹੇ ਜਾਂਦੇ ਸੀ ਉਸ ਵਕਤ, ਜਿਨ੍ਹਾਂ ਨੂੰ ਅੱਜ ਦੀ ਭਾਸ਼ਾ 'ਚ ਅਸੀਂ ਦਲਿਤ ਸਿੱਖ ਕਹਿੰਦੇ ਹਾਂ। ਵੈਸੇ ਸਿੱਖੀ ਵਿੱਚ ਇਸ ਤਰ੍ਹਾਂ ਦੀ ਕੋਈ ਸ਼੍ਰੇਣੀ ਨਹੀਂ ਹੈਗੀ, ਪਰ ਸਿੱਖ ਸਮਾਜ ਦੇ ਵਿੱਚ 100 ਸਾਲਾਂ ਦੇ ਵਿੱਚ ਅਸੀਂ ਪੈਦਾ ਕਰ ਲਈ। ਇਹਦੇ ਜ਼ਮੀਨੀ ਹਕੀਕਤ ਤੋਂ ਅਸੀਂ ਮੁੱਕਰ ਤਾਂ ਨਹੀਂ ਸਕਦੇ। ਸਿੱਖੀ ਸਿਧਾਂਤ ਮੁਤਾਬਕ ਸਿੱਖਾਂ ਦੇ ਕਿਸੇ ਗ੍ਰੰਥ ਵਿੱਚ ਇਸ ਚੀਜ਼ ਦੀ ਪ੍ਰੋੜਤਾ ਨਹੀਂ ਹੁੰਦੀ ਕਿ ਕੋਈ ਜਾਤੀ ਆਧਾਰਿਤ ਕੋਈ ਜਿਹੜਾ ਹੈ ਵਿਤਕਰਾ ਕੀਤਾ ਜਾ ਸਕਦਾ, ਲੇਕਿਨ ਇਹ ਸਾਡੇ ਸਿਸਟਮ ਦੇ ਵਿੱਚ ਪੈਦਾ ਹੋ ਗਿਆ ਸੀਗਾ। ਔਰ ਉੱਥੇ ਦੇਗ ਨਹੀਂ ਪ੍ਰਵਾਨ ਹੁੰਦੀ, ਦਰਸ਼ਨ ਦਿਦਾਰਿਆਂ 'ਤੇ ਪਾਬੰਦੀ ਹੈ। ਜਿੱਥੋਂ ਚੌਥੇ ਪੌੜੇ ਦਾ ਜਿਹੜਾ ਵਰਤਾਰਾ ਸਾਹਮਣੇ ਆਉਂਦਾ ਆ, ਉਹ ਚੌਥੇ ਪੌੜੇ ਦਾ ਵਰਤਾਰਾ ਸਾਡੇ
ਅੰਮ੍ਰਿਤ ਦੀ ਵਿਧੀ ਵਿਧਾਨ ਤੱਕ ਜਿਹੜਾ ਆ ਪਹੁੰਚ ਜਾਂਦਾ ਹੈ। ਅੱਜ ਵੀ ਨਿਹੰਗ ਸਿੰਘ ਦੀਆਂ 6-7 ਜਥੇਬੰਦੀਆਂ ਹੈਗੀਆਂ ਜਿਹੜੀਆਂ ਇਸ ਤਰ੍ਹਾਂ ਜਾਤੀ ਆਧਾਰ 'ਤੇ ਚੌਥੇ ਪੌੜੇ ਦਾ ਅੰਮ੍ਰਿਤ ਤਿਆਰ ਕਰਦੀਆਂ। ਉਹਨਾਂ ਵਿੱਚ ਪਿਛਲੇ ਸਾਲਾਂ 'ਚ ਰੌਲਾ ਵੀ ਪਿਆ ਆ। ਅਸੀਂ 35 ਜਥੇਬੰਦੀਆਂ ਦਾ ਇੱਕ ਵਫਦ ਲੈ ਕੇ ਮੰਗ ਪੱਤਰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਵੀ ਕੀਤੀ, ਘੱਟੋ ਘੱਟ ਤੁਸੀਂ ਆਪਣਾ ਜਿਹੜਾ ਆ ਪੱਖ ਰੱਖੋ। ਇਹ ਤੁਸੀਂ ਜੇ ਉਹਨੂੰ ਬੰਦ ਨਹੀਂ ਕਰਾ ਸਕਦੇ, ਘੱਟੋ ਘੱਟ ਇਹ ਸਟੇਟਮੈਂਟ ਦੇ ਦਿਓ ਕਿ ਸਿੱਖ ਸਿਧਾਂਤਾਂ ਮੁਤਾਬਕ ਇਹ ਸਹੀ ਨਹੀਂ ਹੈਗਾ ਇਸ ਤਰ੍ਹਾਂ ਦਾ ਅੰਮ੍ਰਿਤ ਛਕਾਉਣਾ। ਲੇਕਿਨ ਇਹ ਸੱਚਾਈ ਹੈ ਕਿ ਉਹਨਾਂ ਨੇ ਸਾਡੇ ਸਾਹਮਣੇ ਬਹੁਤ ਸਾਰੇ ਸੇਵਾਦਾਰ ਇੱਥੇ ਵੀ ਮੌਜੂਦ ਨੇ, ਉਹਨਾਂ ਦੇ ਵਿੱਚੋਂ ਜਥੇਦਾਰ ਸਾਹਿਬ ਨੇ ਹੱਥ ਖੜੇ ਕਰਤੇ ਕਿ ਮੇਰੇ 'ਚ ਸਮਰੱਥਾ ਨਹੀਂ ਕਿ ਉਹਨਾਂ ਵੱਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਮੈਂ ਜਿਹੜਾ ਕੋਈ ਟੱਕਰ ਲੈ ਸਕਾਂ। ਤੇ ਜਦੋਂ ਹਾਲਾਤ ਇਵੇਂ ਹੁਣ ਅਸੀਂ ਕੋਈ ਅਖਬਾਰ 'ਚ ਸਟੇਟਮੈਂਟ ਦੇਣ ਦੇ ਵੀ ਸਮਰੱਥ ਨਾ ਹੋਈਏ, ਇਹ 100 ਸਾਲ ਪਹਿਲਾਂ ਤਾਂ ਇਸ ਤੋਂ ਵੀ ਮਾੜੇ ਹਾਲਾਤ ਹੋਣਗੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਇਹ ਸਾਰੀ ਮੂਵਮੈਂਟ ਜਿਹੜੀ ਹੈ ਸਾਡੇ ਤੱਕ ਆਈ ਹੈ। ਔਰ 12 ਅਕਤੂਬਰ ਨੂੰ ਇਹ ਵੱਡਾ ਜਿਹੜਾ ਇਨਕਲਾਬ ਹੁੰਦਾ ਆ, ਖਾਲਸਾ ਬਰਾਦਰੀ ਦੇ ਲੋਕ ਨੇ ਜਿਹੜੇ ਉਸ ਵਕਤ ਦੇ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਦੇ ਸਹਿਯੋਗ ਨਾਲ ਕਰਤਾਰ ਸਿੰਘ ਝੱਬਰ ਬਾਈ ਚਾਂਸ ਉਹਨਾਂ ਦੀ ਜਿਹੜੀ ਟ੍ਰੇਨ ਮਿਸ ਹੋ ਜਾਂਦੀ ਹੈ ਤੇ ਉਹ ਦਰਬਾਰ ਸਾਹਿਬ ਆ ਜਾਂਦੇ। ਉਸ ਵਕਤ ਖਾਲਸਾ ਬਰਾਦਰੀ ਵਾਲਿਆਂ ਦਾ ਤੇ ਪੁਜਾਰੀਆਂ ਦਾ ਆਪਸ 'ਚ ਜਿਹੜਾ ਉਹ ਵਾਦ ਚੱਲ ਰਿਹਾ ਆ ਦੇਗ ਨੂੰ ਲੈ ਕੇ, ਤਾਂ ਉੱਥੇ ਅੰਤਮ ਫੈਸਲਾ ਹੁੰਦਾ ਆ ਕਿ ਜਿਹੜਾ ਉਹ ਹੁਕਮਨਾਮਾ ਲਿਆ ਜਾਏ। ਹੁਕਮਨਾਮਾ ਆਉਂਦਾ ਹੈਗਾ ਉੱਥੇ ਨਿਰਗੁਣਿਆਂ ਨੂੰ ਪਾਲਦਾ ਆਪੇ ਬਖਸ਼ ਲੈ। ਤੇ ਉਹਦੇ ਵਿੱਚ ਫਿਰ ਜਿਹੜਾ ਆ ਉਹ ਪਹਿਲਾ ਇੱਕ ਐਕਟ ਬਣਦਾ ਹੈ ਸ਼੍ਰੋਮਣੀ ਗੁਰਦੁਆਰਾ। ਇੱਕ ਪਹਿਲਾ ਉਹ ਕਾਰਜ ਹੁੰਦਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਿਨ ਸਿੱਖ ਆਪਣੇ ਆਪ ਚੁਣਦੇ ਆ। ਉਹਦਾ ਪ੍ਰਬੰਧ ਸਿਰਫ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਤੱਕ ਦਾ, ਬਾਹਰਲੇ ਗੁਰਦੁਆਰੇ ਉਹਦੇ 'ਚ ਬਾਅਦ 'ਚ ਸ਼ਾਮਲ ਹੁੰਦੇ ਆ। ਤੇ ਉਸ ਪਹਿਲੀ ਕਮੇਟੀ ਦੇ ਵਿੱਚ ਵੀ ਜਿਹੜਾ ਆ ਪਹਿਲਾਂ ਤਾਂ ਜਿਹੜੇ ਉੱਥੇ ਜਥੇਦਾਰ ਲਾਏ ਜਾਂਦੇ ਆ ਉਹ ਬਾਈ ਚਾਂਸ ਹੀ ਮਤਲਬ ਸਾਡੇ ਕਈ ਤਰ੍ਹਾਂ ਸਮਾਜ 'ਚ ਹੈਗੇ ਆ ਤੇ ਹੈਗੇ ਤਾਂ ਉਹ ਬਹੁਤੇ ਉਹਨਾਂ ਦੇ ਵਿੱਚੋਂ ਵੱਡੀ ਸ਼੍ਰੇਣੀ ਨਾਲ ਸੀ, ਖੇਤੀ ਨਾਲ ਸੰਬੰਧਿਤ ਸੀਗੇ, ਜ਼ਿਮੀਂਦਾਰ ਨਾਲ ਸੰਬੰਧਿਤ ਸੀ। ਲੇਕਿਨ ਉਹਨਾਂ ਦਾ ਰੰਗ ਪੱਕਾ ਹੋਣ ਕਰਕੇ ਜਿਹੜੇ ਵਿਰੋਧੀ ਹੈ ਉਹ ਪ੍ਰਚਲਿਤ ਇਹ ਗੱਲ ਕਰਦੇ ਆ ਕਿ ਅਕਾਲ ਤਖ਼ਤ ਦੇ ਉੱਤੇ ਜਿਹੜਾ ਆ ਉਹ ਮਜ਼੍ਹਬੀ ਸਿੱਖਾਂ ਦਾ ਜਾਂ ਮਜ਼੍ਹਬੀ ਜਾਤੀ ਦਾ ਜਿਹੜਾ ਕਬਜ਼ਾ ਹੋ ਗਿਆ। ਉਹ ਬਹੁਤ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਉਦਾਹਰਨਾਂ ਨੇ। ਚਮਕੌਰ ਸਾਹਿਬ ਸਾਡੇ ਨੇੜੇ ਹੈ, ਜਿੱਥੇ ਸ਼ਹਾਦਤ ਹੁੰਦੀ ਹੈ, ਜਿੱਥੇ ਵੱਡੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ, ਅਛੂਤ ਸਿੰਘ ਜਿਹੜੇ ਕਹੇ ਜਾਂਦੇ ਆ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਨੇ, ਉੱਥੇ ਐਂਟਰੀ ਬੰਦ ਹੋ ਜਾਂਦੀ। ਪਟਨਾ ਸਾਹਿਬ ਵਿੱਚ ਐਂਟਰੀ ਬੰਦ ਹੈ। ਕਿੰਨੀਆਂ ਘਟਨਾਵਾਂ ਵਾਪਰਦੀਆਂ ਕਿ ਜਿੱਥੇ ਐਂਟਰੀ ਦਾਖਲਾ ਬੰਦ ਹੁੰਦਾ ਆ। ਤੇ ਇਹ ਸਿੱਖੀ ਸਿਧਾਂਤ ਮੁਤਾਬਕ ਅਸੀਂ ਸਾਰਾ ਕੁਝ ਅੰਗਰੇਜ਼ਾਂ ਦੇ ਖਾਤੇ 'ਚ ਪਾ ਕੇ ਨਹੀਂ ਚੱਲ ਸਕਦੇ। ਇਹਦੇ ਵਿੱਚ ਸਾਡੇ ਸਿਸਟਮ 'ਚ ਜਿਹੜੀ ਗਿਰਾਵਟ ਪੈਦਾ ਹੋਈ ਸੀ ਆਪਣੇ ਆਪ ਕੁਝ ਸਮੇਂ ਬਾਅਦ ਪੈਦਾ ਹੁੰਦੀ ਹੈ, ਉਹ ਵੀ ਵੱਡੇ ਪੱਧਰ 'ਤੇ ਜ਼ਿੰਮੇਵਾਰ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪਿਛਲੇ ਜਿਹੜੇ 20 ਸਾਲ ਨੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਆ ਜਿਹੜੀ ਗਿਰਾਵਟ ਆਉਂਦੀ ਹੈ। ਅਸੀਂ ਸਾਰੇ ਜਾਣਦੇ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਿਸ਼ਤਾ ਹੁੰਦਾ ਆ ਉਹ ਵੀ ਇੱਕ ਮੰਦਿਰ ਤੇ ਜਾਂਦੇ ਆ ਤੇ ਪਰਿਵਾਰ ਜਿੱਥੇ ਉੱਥੇ ਮਤਲਬ ਉਹਨਾਂ ਦਾ ਪਹਿਲੀ ਗੱਲਬਾਤ ਚੱਲਦੀ ਹੈਗੀ। ਤਾਂ ਕਿ ਸਾਰੇ ਜਾਣਦੇ ਆ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਦਰਬਾਰ ਸਾਹਿਬ 'ਚ ਸੋਨਾ ਲਵਾਉਣ ਦੀ ਸੇਵਾ ਕੀਤੀ ਆ, ਉੱਥੇ ਮੰਦਿਰਾਂ ਦਾ ਵੀ ਵੱਡਾ ਉਹਨਾਂ ਨੇ ਦਾਨ ਪੁੰਨ ਕੀਤੇ ਆ। ਮੰਦਿਰਾਂ ਦੇ ਵਿੱਚ ਵੀ ਸੋਨਾ ਜਿਹੜਾ ਉਹਨਾਂ ਦੇ ਵਕਤ ਲੱਗਦਾ ਆ। ਅਸੀਂ ਬਹੁਤ ਫਖਰ ਨਾਲ ਕਹਿੰਦੇ ਹਾਂ ਕਿ ਅਕਾਲੀ ਫੂਲਾ ਸਿੰਘ ਜੀ ਨੇ ਬਹੁਤ ਮਤਲਬ ਉਹ ਬਹੁਤ ਜਿਹੜੇ ਆ ਅਕਾਲ ਤਖ਼ਤ ਦੇ ਉੱਤੇ ਬੜੀ ਨਿਰਭੈਤਾ ਨਾਲ ਨਿਡਰ ਹੋ ਕੇ ਜਿਹੜੇ ਉਹਨਾਂ ਨੇ ਸੇਵਾ ਨਿਭਾਈ ਹੈ। ਲੇਕਿਨ ਇਤਿਹਾਸ ਦਾ ਸੱਚ ਹੈਗਾ ਆ ਕਿ ਜਿਸ ਕਾਰਨ ਕਰਕੇ ਉਹਨੂੰ ਸਜ਼ਾ ਲਾਈ ਗਈ, ਪੇਸ਼ ਕੀਤਾ ਗਿਆ ਸੀ, ਉਸ ਬੱਜਰ ਕਰੇ ਤੋਂ ਉਸ ਤੋਂ ਬਾਅਦ ਉਹ ਬਾਜ਼ ਨਹੀਂ ਸੀ ਆਏ, ਜਿਸ ਕਰਕੇ ਮਤਲਬ ਉਹ ਕਰ ਚੱਲਦੇ ਰਹੇ। ਉਸ ਜਿਹੜੀ ਔਰਤ ਕਰਕੇ ਉਹਨਾਂ ਨੂੰ ਸਾਰਾ ਕੁਝ ਲਾਇਆ ਸੀਗਾ, ਉਹ ਉਸ ਤੋਂ ਬਾਅਦ ਉਹਨਾਂ ਦਰਬਾਰ ਤੋਂ ਉਹਨਾਂ ਨੇ ਕੋਈ ਬੇਦਖਲ ਨਹੀਂ ਸੀ ਕੀਤੀ, ਉਹ ਚੱਲਦਾ ਰਿਹਾ। ਸੋ ਇਹ ਸਾਰਾ ਕੁਝ ਸਾਡੇ ਉਸ ਸਿਸਟਮ ਦੇ ਵੀ ਬਹੁਤ ਸਾਰੇ ਹੈਗੇ ਹੈ। ਹਾਂ, ਇਹਦੇ 'ਚ ਕੋਈ ਉਸ ਆਪਣੇ ਵਕਤ ਦੇ ਮਹਾਰਾਜਾ ਦੇ ਵਿੱਚ ਉਹ ਬਹੁਤ ਵੱਡੇ ਰੁਤਬੇ 'ਤੇ ਸੀ, ਉਹਨਾਂ ਦਾ ਬਹੁਤ ਕੁਝ ਸਹੀ ਸੀ। ਇਹਦੇ 'ਚ ਤਾਂ ਅਸੀਂ ਮਨੁੱਕਰ ਨਹੀਂ ਹੋ ਸਕਦੇ। ਅਤੇ ਇਹ
ਸਾਰੇ ਕਾਸੇ ਦੇ ਪਿੱਛੇ ਜਿਹੜਾ ਗੁਰਦੁਆਰਾ ਐਕਟ ਦੇ ਜਿਹੜੇ ਸਾਰੇ ਸਾਡੇ ਗੁਰਦੁਆਰਾ ਲਹਿਰ ਦੇ ਜਿਹੜੇ ਹੈਗੇ ਆ ਮੋਢੀ ਆ, ਬਾਨੀ ਆ, ਉਹਨਾਂ ਦੇ ਸਾਹਮਣੇ ਸਾਰਾ ਕੁਝ ਪਿਆ ਹੋਇਆ ਹੈ। ਉਸ ਵਕਤ ਵੀ ਇੱਕ ਇਸ ਤਰ੍ਹਾਂ ਦਾ ਹਾਲਾਤ ਪੈਦਾ ਹੋ ਗਏ, ਅੰਗਰੇਜ਼ ਹਕੂਮਤ ਲੱਗੇ ਕਿ ਇਸ ਮਸਲੇ ਤੋਂ ਕਿਸ ਤਰ੍ਹਾਂ ਬਾਹਰ ਆਇਆ ਜਾਵੇ, ਇਹਨੂੰ ਨਜਿੱਠਿਆ ਕਿਵੇਂ ਜਾਏ। ਉਹ ਸਿੱਖ ਸਰਦਾਰ ਜਿਹੜੇ ਉਸ ਵਕਤ ਅਕਾਲੀ ਲੀਡਰ ਆ, ਉਹਨਾਂ ਦੇ ਨਾਲ ਗੱਲਬਾਤ ਦਾ ਰਸਤਾ ਚਲਾਉਂਦੇ ਆ। ਉਹਦੇ ਵਿੱਚੋਂ ਹੀ ਇੱਕ ਜਿਹੜਾ ਆ ਇਹ ਸੁਝਾਅ ਨਿਕਲ ਕੇ ਆਉਂਦਾ ਹੈ, ਇਹ ਹੱਲ ਨਿਕਲ ਕੇ ਆਉਂਦਾ ਹੈ, ਕਿਉਂ ਨਾ ਇਹਦੇ ਵਾਸਤੇ ਗੁਰਦੁਆਰਾ ਐਕਟ ਬਣਾ ਦਿੱਤਾ ਜਾਵੇ। ਗੁਰਦੁਆਰਾ ਐਕਟ ਦਾ ਖਰੜਾ ਜਿਹੜਾ ਆ ਉਹ ਬਣ ਕੇ ਆਉਂਦਾ ਹੈ। ਉਸ ਵਕਤ ਦੇ ਇੰਨੇ ਸ਼ਹੀਦ ਦੂਰਦ੍ਰਿਸ਼ਟ ਸਿੱਖ ਨੇ ਕਿ ਉਸ ਗੁਰਦੁਆਰਾ ਐਕਟ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ। ਉਸ ਵਕਤ ਵੱਡੀਆਂ ਜਿਹੜੀਆਂ ਲੋਕਤੰਤਰ ਦੀਆਂ ਹੋਰ ਵਿਧੀ ਵਿਧਾਨ ਉਸ ਵਕਤ ਵੀ ਜਿਹੜਾ ਔਰਤਾਂ ਨੂੰ ਉੱਥੇ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਲੇਕਿਨ ਸਾਡੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਬਾਨੀ ਹੈ, ਉਹਨਾਂ ਦੀ ਦੂਰਦ੍ਰਿਸ਼ਟੀ ਹੈ ਕਿ ਉਹ ਜਿਹੜੇ ਇਤਰਾਜ਼ ਕਰਦੇ ਆ, ਉਹਨਾਂ ਦੇ ਵਿੱਚ ਇੱਕ ਇਹ ਵੀ ਇਤਰਾਜ਼ ਕਰਦੇ ਆ ਕਿ ਇਸ ਐਕਟ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਕਿ ਉਹਦੇ ਵਿੱਚ ਫਿਰ ਸੁਧਾਰ ਹੁੰਦਾ ਹੈ। ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਸਾਰੇ ਲੀਡਰਸ਼ਿਪ ਹੈ, ਉਹਨਾਂ ਵੱਲੋਂ ਜਿੰਨੇ ਵੀ ਸੁਝਾਅ ਦਿੱਤੇ ਜਾਂਦੇ ਆ, ਸਾਰੇ ਦੇ ਸਾਰੇ ਸੁਝਾਅ ਪ੍ਰਵਾਨ ਕਰ ਲਏ ਜਾਂਦੇ ਆ ਹਕੂਮਤ ਵੱਲੋਂ। ਤੇ ਫਿਰ ਇੱਕ ਜਿਹੜੀ ਹੈ ਸਰਕਾਰ ਆਪਣੀ ਇੱਕ ਨੀਤੀ ਚਲਾਉਂਦੀ ਹੈ ਕਿ ਜਿਹਨੇ ਬਾਹਰ ਰਿਹਾ ਹੋਣਾ ਆ ਉਹ ਇਸ ਐਕਟ ਦੇ ਉੱਤੇ ਸਾਈਨ ਕਰਕੇ ਜਾਵੇ। ਇਸ ਚੀਜ਼ ਨੂੰ ਲੈ ਕੇ ਲੀਡਰਸ਼ਿਪ ਵਿੱਚ ਦੁਵਿਧਾ ਪੈਦਾ ਹੁੰਦੀ ਹੈ, ਆਪਸੀ ਜਿਹੜਾ ਮਤਭੇਦ ਪੈਦਾ ਹੁੰਦੇ ਆ। ਜਿਹੜਾ ਸਾਈਨ ਕਰਕੇ ਲੀਡਰਸ਼ਿਪ ਉਹਨੂੰ ਰਿਹਾ ਕਰ ਦਿੱਤਾ ਜਾਂਦਾ ਆ, ਔਰ ਜਿਹੜੇ ਬਚੇ ਹੈ ਜਦੋਂ ਇਲੈਕਸ਼ਨ ਆਉਂਦੇ, ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਜਾਂਦਾ ਹੈ। ਬਾਬਾ ਖੜਕ ਸਿੰਘ ਜੀ ਨੂੰ ਕੋਈ ਹੋਰ ਕੇਸ ਸੀ ਜਿਸ ਕਰਕੇ ਉਹਨਾਂ ਨੂੰ, ਇੱਕ ਕੇਸ ਉਹਨਾਂ 'ਤੇ ਹੋਰ ਸੀ ਜਿਸ ਕਰਕੇ ਉਹਨਾਂ ਨੂੰ ਰਿਹਾ ਜਿਹੜਾ ਉਸ ਵਕਤ ਨਹੀਂ ਕੀਤਾ, ਬਾਅਦ 'ਚ ਰਿਹਾ ਕੀਤਾ ਜਾਂਦਾ ਹੈ। ਸੋ ਇਸ ਚੀਜ਼ ਨੂੰ ਲੈ ਕੇ ਅਜੇ ਤੱਕ ਇਸ ਤਰ੍ਹਾਂ ਵੀ ਪੇਸ਼ ਹੁੰਦੀ ਹੈ ਕਿ ਜਿਹੜੇ ਉਸ ਦੇ ਸੱਚੇ ਸੁੱਚੇ ਅਤੇ ਵੱਡੇ ਸਿੱਖ ਸੀਗੇ, ਉਹਨਾਂ ਨੇ ਗੁਰਦੁਆਰਾ ਐਕਟ 'ਤੇ ਸਾਈਨ ਨਹੀਂ ਸੀ ਕੀਤੇ। ਇਹ ਗੱਲ ਵਿੱਚ ਵੀ ਸੱਚਾਈ ਨਹੀਂ, ਕਿਉਂਕਿ ਗੁਰਦੁਆਰਾ ਐਕਟ ਨੂੰ ਲੈ ਕੇ ਉਸ ਵਕਤ ਦੀ ਲੀਡਰਸ਼ਿਪ ਦੇ ਵਿੱਚ ਕੋਈ ਮਤਭੇਦ ਨਹੀਂ ਸੀ। ਮਤਭੇਦ ਬਾਹਰ ਆਉਣ 'ਤੇ ਸ਼ਰਤ ਦੇ ਉੱਤੇ ਸੀਗੇ, ਸਾਈਨ ਕਰਕੇ ਆਉਣਾ ਕਿ ਨਹੀਂ ਕਰਕੇ ਆਉਣਾ, ਇਹਦੇ 'ਚ ਸੀਗਾ। ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਅਸੀਂ ਕਲਪਨਾ ਕਰ ਸਕਦੇ ਹਾਂ, ਜੇ ਗੁਰਦੁਆਰਾ ਐਕਟ ਨਾ ਹੁੰਦਾ, ਨਾ ਲਾਗੂ ਹੋਇਆ ਹੁੰਦਾ, ਤਾਂ ਅੱਜ ਪੰਥ ਦੇ ਹਾਲਾਤ ਕੀ ਹੋਣੇ ਸੀਗੇ? ਕੀ ਦੂਸਰੇ ਡੇਰਿਆਂ ਨਾਲੋਂ ਬੈਟਰ ਹੋਣੇ ਸੀਗੇ? ਸ੍ਰੀ ਚੰਦ ਦੀ ਸੰਪਰਦਾ ਦੇਖ ਲਓ, ਇੱਥੇ ਜਿਹੜੀਆਂ ਵੱਖ-ਵੱਖ ਟਕਸਾਲਾਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਜਿੰਨੀਆਂ ਵੀ ਚੱਲ ਰਹੀਆਂ ਨੇ, ਕਿਤੇ ਵੀ ਕੋਈ ਇਸ ਤਰ੍ਹਾਂ ਦਾ ਆਈਡੀਅਲ ਪ੍ਰਬੰਧ ਨਹੀਂ ਹੈਗਾ ਜਿਹਨੂੰ ਅਸੀਂ ਭਾਵੇਂ ਇਹ ਪ੍ਰਚਾਰਿਆ ਜਾਂਦਾ ਆ ਕਿ ਖਾਲਸਾ ਪੰਥ ਵਿੱਚ ਇਲੈਕਸ਼ਨ ਨਹੀਂ, ਸਿਲੈਕਸ਼ਨ ਹੈ। ਸਿਲੈਕਸ਼ਨ ਸਾਨੂੰ ਫੋਲੋ ਕਰੇ, ਇਹ ਆਈਡੀਅਲ ਗੱਲ ਤਾਂ ਠੀਕ ਹੈ, ਸਿਲੈਕਸ਼ਨ ਹੋਣੀ ਚਾਹੀਦੀ ਹੈ, ਪਰ ਕਿਤੇ ਪ੍ਰੈਕਟੀਕਲ ਹੈ? ਕਿਸੇ ਸੰਪਰਦਾ ਦੇ ਵਿੱਚ ਕੋਈ ਪ੍ਰੈਕਟੀਕਲ ਕਰਕੇ ਇਸ ਨੂੰ ਲਾਗੂ ਕਰਦਾ ਹੋਵੇ, ਕਿਤੇ ਲਾਗੂ ਹੁੰਦੀ ਹੋਵੇ? ਮਾੜੀ ਹੈ, ਚੰਗੀ ਹੈ? ਜੇ ਤੁਸੀਂ ਫਿਰ ਕੰਪੇਅਰ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਬਾਕੀ ਦੇ ਦੋ ਤਖਤਾਂ ਨਾਲ ਹੀ ਕਰਕੇ ਦੇਖ ਲਓ ਕਿੰਨਾ ਫਰਕ ਹੈਗਾ। ਜਿੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਨਹੀਂ ਹੈਗਾ, ਉਹ ਭਾਵੇਂ ਪਟਨਾ ਸਾਹਿਬ ਹੈ, ਭਾਵੇਂ ਹਜ਼ੂਰ ਸਾਹਿਬ ਹੈ, ਮਰਿਆਦਾ ਨੂੰ ਲੈ ਕੇ, ਹੋਰ ਪ੍ਰਬੰਧ ਨੂੰ ਲੈ ਕੇ ਸਾਰੇ ਦੇਖ ਲਓ ਕਿੰਨਾ ਪ੍ਰਬੰਧ ਹੈ। ਇੱਥੇ ਵੀ ਅਸੀਂ ਮੰਨਦੇ ਹਾਂ ਕਿ ਬਹੁਤ ਵੱਡੀਆਂ ਕਮੀਆਂ ਨੇ, ਆਏ ਦਿਨ ਰਹੀਆਂ ਨੇ, ਇਹਦੇ 'ਚ ਕੋਈ ਦੋਰਾਵਾ ਨਹੀਂ। ਇਹਨਾਂ ਦੇ ਜਿਹੜੇ ਪ੍ਰਬੰਧਕ ਨੇ, ਮੈਂ ਜਦੋਂ ਉਹਨਾਂ ਨੇ ਸਰੈਂਡਰ ਹੀ ਕਰਤਾ, ਅਸੀਂ ਦੇਖਿਆ ਪਿਛਲੇ ਘੱਟੋ ਘੱਟ 10 ਸਾਲਾਂ ਦੇ ਉੱਤੋਂ ਮੰਜੀ ਸਾਹਿਬ ਦੇ ਉੱਤੋਂ ਜਿਹੜੀ ਕਥਾ ਹੁੰਦੀ ਹੈ, ਜਿਹੜਾ ਵਿਚਾਰ ਆਫ ਥਾਟ ਹੈ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮਹੀਨੇ ਦੇ ਇੱਕ ਦਿਨ ਵਿੱਚ ਵੀ ਉਹ ਐਵੇਂ ਦੇ ਬੰਦੇ ਨੂੰ ਤੋਂ ਕਥਾ ਕਰਾਉਂਦੇ ਹੋਣ ਜਿਹੜਾ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਸਮਰਪਿਤ ਹੋਵੇ ਜਾਂ ਉਹਨੂੰ ਮੰਨਦਾ ਹੋਵੇ। ਜੇ ਪਿਛਲੇ ਸਮੇਂ ਗੁਰਦੁਆਰਾ ਸੁਧਾਰ ਲਹਿਰ ਦਾ ਕੋਈ ਪ੍ਰਮਾਣਿਕ ਡਾਕੂਮੈਂਟ ਹੈ ਜਾਂ ਪ੍ਰਾਪਤੀ ਹੈ, ਤਾਂ ਮੈਨੂੰ ਲੱਗਦਾ ਉਹੀ ਹੈ ਕਿ ਜਿਹੜੀ ਉਹਨਾਂ ਨੇ ਦਹਾਕਿਆਂ ਦੇ ਮਿਹਨਤ ਕਰਨ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਦੇ ਰੂਪ ਦੇ ਵਿੱਚ ਜਿਹੜੀ ਹੈ ਇੱਕ ਪੰਥ ਦੀ ਸਾਂਝੀ ਜਿਹੜੀ ਹੈ ਇੱਕ ਕਲੈਕਟਿਵ ਸੋਚ ਦੇ ਵਿੱਚੋਂ ਮਿਨੀਮਮ ਪ੍ਰੋਗਰਾਮ ਜਿਹੜਾ ਉਹ ਲੈ ਕੇ ਆਉਂਦਾ, ਉਹ ਸਾਡੀ ਇੱਕ ਪ੍ਰਾਪਤੀ ਹੈ। ਲੇਕਿਨ ਅੱਜ ਵੀ ਜਦੋਂ ਗੱਲ ਹੁੰਦੀ ਹੈ, ਅੱਜ ਸਾਡੇ ਸਾਹਮਣੇ ਸਿਨੈਰੀਓ ਹੈ, ਜੇ ਅੱਜ ਵੀ ਸਿਸਟਮ ਦੇ ਵਿੱਚ ਕੋਈ ਬਦਲਾਅ ਆਉਂਦਾ ਆ, ਅਤੇ ਜਿਹੜੀ ਬਦਲਾਅ ਲਿਆਉਣਾ ਦੀ ਧਿਰ ਹੈ, ਜਿਹੜੀ ਵਕਤ
ਤੇ ਜਿਹੜੀ ਧਿਰ ਹੈ ਉਹਦੇ ਉਲਟ ਚੱਲ ਰਹੀ ਹੈ। ਉਹਨਾਂ ਵਿੱਚੋਂ ਬਾਅਦੇ ਐਲਾਨੀਆਂ ਇਹ ਕਹਿੰਦੇ ਆ ਕਿ ਅਸੀਂ ਰਹਿਤ ਮਰਿਆਦਾ ਨਹੀਂ ਮੰਨਦੇ, ਉਹਨਾਂ ਦੀ ਆਪੋ ਆਪਣੀ ਹੈ। ਇਹ ਜਿਹੜੀ ਹੁਣ ਧਿਰ ਹੈ ਇਹ ਵੀ ਰਹਿਤ ਮਰਿਆਦਾ ਤੇ ਕੋਈ ਪਾਬੰਦ ਨਹੀਂ ਹੈਗੀ, ਲੇਕਿਨ ਇਹ ਐਲਾਨ ਨਹੀਂ ਕਰਦੀ ਸਾਰਾ ਕੁਝ ਰਹਿਤ ਮਰਿਆਦਾ ਤੋਂ ਕਾਫੀ ਭਾਈ ਸਾਹਿਬ ਤਾਂ ਜਾਣਦੇ ਆ ਉੱਥੇ ਜੋ ਕੁਝ ਹੋ ਰਿਹਾ ਹੈਗਾ ਆ, ਲੇਕਿਨ ਇਹ ਐਲਾਨੀਆਂ ਇਹਨਾਂ ਦੀ ਮਜਬੂਰੀ ਹੈ, ਐਲਾਨੀਆਂ ਨਹੀਂ ਕਹਿ ਸਕਦੇ। ਲੇਕਿਨ ਪਿਛਲੇ 2-3 ਹਫ਼ਤੇ ਤੋਂ ਉਹਨਾਂ ਦਾ ਜਿਹੜਾ ਜਨਰਲ ਸੈਕਟਰੀ ਹੈ ਉਹਨੇ ਐਲਾਨੀਆਂ ਕਹਿ ਦਿੱਤਾ ਸੀਗਾ ਕਿ ਹਾਲੇ ਪੰਥ ਦੀ ਕੋਈ ਰਹਿਤ ਮਰਿਆਦਾ ਨਹੀਂ ਬਣੀ ਹੋਈ, ਜਿਹੜੀ ਰਹਿਤ ਮਰਿਆਦਾ ਆ ਉਹ ਖਰੜਾ ਆ, ਉਹ ਵਿਚਾਰ ਪ੍ਰਵਾਨਤ ਨਹੀਂ ਪੰਥ ਵੱਲੋਂ, ਉਹਨੇ ਬਕਾਇਦਾ TV ਚੈਨਲ 'ਤੇ ਕਿਹਾ ਆ। ਅਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਸਾਡੇ ਸਾਹਮਣੇ ਹੈ, ਫਿਰ ਦੂਸਰੇ ਡੇਰਿਆਂ ਤੋਂ ਸੰਪਰਦਾਵਾਂ ਤੋਂ ਜਿਹੜੀਆਂ ਸਾਡੇ ਵਰਗੀਆਂ ਸੰਸਥਾਵਾਂ ਸੀਗੀਆਂ, ਸ਼ਬਦ ਗੁਰੂ ਨੂੰ ਸਮਰਪਿਤ ਮਿਸ਼ਨਰੀ ਕਾਲਜ, ਗੁਰਮਤਿ ਕਾਲਜ, ਇਹ ਸਾਰੇ ਕਹਿੰਦੇ ਆ ਕਿ ਅਸੀਂ ਰਹਿਤ ਮਰਿਆਦਾ ਵੱਖ-ਵੱਖ ਗੁਰਦੁਆਰਿਆਂ 'ਤੇ ਵੱਖ-ਵੱਖ ਥਾਵਾਂ 'ਤੇ ਲਾਗੂ ਕਰਨੀ ਹੈ, ਤਾਂ ਉਹਨਾਂ ਵਾਸਤੇ ਦਿੱਕਤ ਹੈ ਜਿਹੜੀ ਹੋਰ ਬਹੁਤ ਹੈਗੀ ਹੈ ਇਸ ਮਸਲੇ ਦੇ ਵਿੱਚ। ਔਰ ਮੈਂ ਕਹਿੰਦਾ ਸਰਦਾਰ ਗੁਰਚਰਨ ਸਿੰਘ ਟੌਹੜਾ ਜੀ ਦੇ ਸਮੇਂ ਤੱਕ, ਕਾਫੀ ਸਮੇਂ ਤੱਕ ਇਹਦੇ ਨੇੜੇ ਤੇੜੇ ਰਿਹਾ ਗਿਆ। ਉਹਨਾਂ ਵਕਤ ਵੀ ਬਹੁਤ ਸਾਰੀਆਂ ਉਹਨਾਂ 'ਚ ਵੀ ਘਾਟਾਂ ਹੋਣਗੀਆਂ, ਬਹੁਤ ਸਾਰੇ ਕੰਪਰੋਮਾਈਜ਼ ਉਹਨਾਂ ਨੇ ਵੀ ਕੀਤੇ ਹੋਣਗੇ, ਪਰੰਤੂ ਕੁੱਲ ਮਿਲਾ ਕੇ ਉੱਥੇ ਇਹ ਸੀਗਾ ਕਿ ਪੰਥ ਦਾ ਜਿਹੜਾ ਹੈਗਾ ਆਪਣਾ ਨਿਆਰੀ ਹਸਤੀ ਹੈ ਉਹਨੂੰ ਸਾਹਮਣੇ ਰੱਖਦੇ ਹੋਇਆ ਮਰਿਆਦਾ ਵਿੱਚ ਕੋਈ ਵਾਧਾ ਵੱਡਾ ਤਬਦੀਲੀ ਕਰਨ ਦੀ ਜਿਹੜੀ ਹੈ ਉਹ ਨਹੀਂ ਸੀ ਹੈਗੀ। ਮੈਨੂੰ ਪਤਾ ਹੈ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਭਾਈ ਜਸਵੀਰ ਸਿੰਘ ਜੀ ਰੋਡੇ ਜਥੇਦਾਰ ਬਣ ਕੇ ਆਏ ਤਾਂ ਉਹਨਾਂ ਨੇ ਆਉਂਦੇ ਕੁਝ ਸਮੇਂ ਜਿਹੜਾ ਮਰਿਆਦਾ ਵਿੱਚ ਕੁਝ ਤਬਦੀਲੀਆਂ ਕਰਨ ਦਾ ਯਤਨ ਕੀਤਾ ਸੀਗਾ। ਜਿਸ ਤਰ੍ਹਾਂ ਅਕਾਲ ਤਖਤ 'ਤੇ ਰਾਗਮਾਲਾ ਪੜ੍ਹਨ ਦਾ ਮਸਲਾ ਸੀ, ਰਹਿਰਾਸ ਵੱਡੀ ਜਿਹੜੀ ਟਕਸਾਲ ਪੜ੍ਹਦੀ ਆ ਉਹ ਪੜ੍ਹਨ ਦਾ ਮਸਲਾ ਸੀਗਾ, ਅਤੇ ਕੁਝ ਸਮੇਂ ਬਾਅਦ ਫਿਰ ਉਹ ਸਾਰੇ ਨੂੰ ਜਿਹੜਾ ਆ ਸਮਝਾ ਬੁਝਾ ਕੇ ਦਰੁਸਤ ਕਰ ਲਿਆ ਗਿਆ ਸੀਗਾ। ਅਤੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਲੱਗਦਾ ਕਿ ਆਹ 10-15 ਸਾਲ ਜਿਹੜੇ ਬਾਅਦ ਵਾਲੇ ਹੈ, ਇਹਦੇ ਵਿੱਚ ਵੱਡੀ ਪੱਧਰ 'ਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਔਰ ਤਲਵੰਡੀ ਤੱਕ ਵੀ ਕੁਛ ਮੈਂ ਕਹਿੰਦਾ ਥੋੜ੍ਹਾ ਬਹੁਤਾ ਜਿਹੜਾ ਇੱਧਰ ਕੇਂਦਰਿਤ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਲਗਾਤਾਰ ਜਿਹੜਾ ਆ ਸਮਝੌਤਾ ਜਿਹੜਾ ਉਹ ਮਰਿਆਦਾ ਨੂੰ ਲੈ ਕੇ ਹੋਇਆ, ਔਰ ਉਹਦਾ ਹੀ ਬਦੌਲਤ ਅੱਜ ਜਿਹੜੇ ਹਾਲਾਤ ਪੈਦਾ ਹੋ ਗਏ ਆ ਉੱਥੇ ਕਿ ਹੁਣ ਜਿਹੜਾ ਆ ਉਹਦੇ ਪ੍ਰਬੰਧਕ ਹੈ ਜਿਹੜੇ ਉਹ ਵੀ ਮਰਿਆਦਾ ਤੋਂ ਬਾਗੀ ਹੋਣ ਵੱਲ ਚੱਲੇ ਹੋਏ ਆ। ਹੁਣ ਕੋਈ ਵੀ ਉੱਥੇ ਬੰਦਾ ਜਿਹੜਾ ਧੜਾ ਕੇ ਕੌਣ ਗੋਲ ਪਿਗਣੇਗਾ, ਕੌਣ ਪ੍ਰਬੰਧ ਕਰੇਗਾ ਪੰਥ ਦਾ, ਇਹਦੇ ਨਾਲ ਤਾਂ ਵਾਹ ਵਾਸਤਾ ਨਹੀਂ ਹੈ। ਵਾਹ ਵਾਸਤਾ ਤਾਂ ਸਾਡਾ ਇੱਕ ਹੈ ਕਿ ਜੇ ਮਰਿਆਦਾ ਅਕਾਲ ਤਖਤ ਦੀ ਜਿਹੜੀ ਪੰਥ ਨੇ ਬਹੁਤ ਸਾਲ ਮਿਹਨਤ ਕਰਕੇ 14 ਸਾਲ ਮਿਹਨਤ ਦੱਸੀ ਜਾਂਦੀ ਹੈ ਕਿ 14 ਸਾਲ ਜਿਹੜੀ ਬੇਹੱਦ, ਜਿਸ ਤਰ੍ਹਾਂ ਪਹਿਲਾਂ ਮੇਰੇ ਤੋਂ ਰਾਮਵਾਲੀਆ ਜੀ ਨੇ ਜ਼ਿਕਰ ਕੀਤਾ ਆ ਕਿ ਇੱਕ ਜਿਹੜਾ ਮਸਲਾ ਆ ਉਹਦੇ ਉੱਤੇ ਬਹੁਤ ਲੰਮੀ ਵਿਚਾਰ ਹੁੰਦੀ, ਸਾਲਾਂ ਬੱਧੀ ਵਿਚਾਰ ਹੁੰਦੀ ਸੀ। ਜਦੋਂ ਮੌਜੂਦਾ ਸਾਡੀ ਅਰਦਾਸ ਜਿਹੜੀ ਅਸੀਂ ਕਰਦੇ ਹਾਂ, ਅਰਦਾਸ ਫਾਈਨਲ ਕੀਤੀ ਗਈ, ਇਹਦੇ ਵਿੱਚ ਵੀ ਬਹੁਤ ਲੰਮਾ ਸਮਾਂ ਮਿਹਨਤ ਕੀਤੀਆਂ, ਇੱਕ ਸ਼ਬਦ ਦੇ ਉੱਤੇ ਕਈ ਦਿਨ ਜਿਹੜੀਆਂ ਲੰਮੀਆਂ ਵਿਚਾਰ ਗੋਸ਼ਟੀ ਹੁੰਦੀ ਸੀਗੀ, ਫਿਰ ਫਾਈਨਲ ਹੁੰਦਾ ਸੀ। ਤੋ ਅੱਜ ਜਿਸ ਤਰ੍ਹਾਂ ਦਾ ਹਾਲਾਤ ਨੇ ਉਹਦੇ ਵਿੱਚ ਸਾਨੂੰ ਕਾਫੀ ਜਿਹੜੀ ਹੈ ਦਿੱਕਤ ਆ ਰਹੀ ਹੈ, ਔਰ ਇਹਦੇ ਵਿੱਚ ਪ੍ਰਬੰਧਕਾਂ ਵੱਲੋਂ ਵੀ ਵਾਰ-ਵਾਰ ਇਸ ਤਰ੍ਹਾਂ ਦੇ ਭੁਲੇਖੇ ਪਾਏ ਜਾਂਦੇ ਹੈ। ਜਿਸ ਤਰ੍ਹਾਂ ਬਹੁਤੇ ਜਦੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਪ੍ਰਬੰਧਕਾਂ ਵੱਲੋਂ ਵਾਰ-ਵਾਰ ਇਹ ਕਿਹਾ ਜਾਂਦਾ ਸੀ ਕਿ 1925 ਦੇ ਐਕਟ ਦੀ ਜਿਹੜੀ ਆ ਸ਼ਰੇਆਮ ਉਲੰਘਣਾ ਆ, ਇਹ ਨਹੀਂ ਕਰ ਸਕਦੇ। ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ 66 ਤੋਂ ਪਹਿਲਾਂ ਇਹ ਜਿਹੜੇ ਗੁਰਦੁਆਰੇ ਪੈਪਸੂ ਦੇ ਸੀਗੇ, ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਹੈ ਹੀ ਨਹੀਂ ਸੀਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਜਿਹੜੇ ਹੈ ਮਾਲਵੇ ਦੇ ਗੁਰਦੁਆਰੇ ਜਾਂ ਪੈਪਸੂ ਦੇ ਗੁਰਦੁਆਰੇ ਵਿੱਚ ਨਹੀਂ ਸੀ ਆਉਂਦੇ, ਜਿਹੜੇ ਹੁਣ ਮੌਜੂਦਾ ਹਰਿਆਣੇ ਵਿੱਚ ਇਹਨਾਂ ਵਿੱਚੋਂ ਵੀ ਕੋਈ ਸ਼ਾਮਿਲ ਨਹੀਂ ਸੀਗਾ। ਲੇਕਿਨ ਜਦੋਂ ਪੰਜਾਬ ਦੇ ਵਿੱਚ ਪੈਪਸੂ ਨੂੰ ਸ਼ਾਮਿਲ ਕੀਤਾ ਗਿਆ ਤਾਂ ਇਹ ਸਾਰੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਗਏ, ਅਤੇ ਹੁਣ ਉਹ ਜਿਹੜੀ ਹੈ ਵੱਖਰੀ ਉਹਨਾਂ ਦੀ ਕਮੇਟੀ ਬਣ ਗਈ ਹੈ। ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਜਦੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਦੋਂ ਵੀ ਕਿਉਂਕਿ ਫਰਕ ਪੈਂਦਾ ਸੀਗਾ ਸ਼੍ਰੋਮਣੀ ਕਮੇਟੀ ਨੂੰ, ਲੇਕਿਨ ਜਦੋਂ ਪਾਕਿਸਤਾਨ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ 2-3 ਸਾਲ ਇਹਨਾਂ ਨੇ ਆਪਣੇ ਜਥੇ ਵੀ ਨਹੀਂ ਸੀ ਭੇਜੇ ਰੋਸ ਵਜੋਂ। ਪਰੰਤੂ ਸਾਰੀ ਸਿੱਖ ਸੰਗਤ ਜਾਣਦੀ ਹੈ ਕਿ ਉੱਥੇ ਦੇ ਪ੍ਰਬੰਧਾਂ ਦੇ ਵਿੱਚ ਸੁਧਾਰ ਆਇਆ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਤੋਂ ਬਾਅਦ, ਅਤੇ ਉਸ ਕਮੇਟੀ ਨੇ ਕੋਈ ਵੀ ਦਖਲਅੰਦਾਜ਼ੀ ਨਹੀਂ ਕੀਤੀ ਅਕਾਲ ਤਖਤ ਦੇ ਪ੍ਰਬੰਧ 'ਚ, ਦਰਬਾਰ ਸਾਹਿਬ ਦੇ ਕਿਸੇ ਪ੍ਰਬੰਧ 'ਚ, ਅਤੇ
जिस तरह हुण यतन किया जा पंथ जिहड़ा कमज़ोर हो जाएगा जे हरियाणा के गुरुद्वारे अलग चले गए, जिस तरह का प्रभाव दिता जा। लेकिन असी जानते हैं कि हुण जिहड़ा हालात है इस वक्त जिन्ने वीक हैगी आ लीडरशिप है वो अकाली दल के वीक होने के नाल श्रोमणी गुरुद्वारा प्रबंधक कमेटी वीक हो गई है। अज हालात इत्थों तक पहुँच गए हैं कि श्रोमणी गुरुद्वारा प्रबंधक कमेटी के बारे गुरुद्वारा एक्ट बारे पंजाब सरकार एक्ट लैके आउंदी है तो श्रोमणी अकाली दल के प्रधान उस दिन ही सरों नूं लैके मूंगी नूं लैके बयान दे रहे हैं, पर गुरुद्वारा एक्ट बारे श्रोमणी अकाली दल का प्रधान है जिहड़ा कोई बयान नहीं, कोई मीटिंग नहीं। तो इस तो पहला असी सारे ही जानते हैं जिहदा वार वार जिक्र हुंदा है मास्टर जी दा नेहरू दे एक्ट की गल है, जिहड़ा पैक्ट नेहरू वाला पैक्ट है वो हुंदा है। उस वक्त मास्टर तारा सिंह जी के हक में दिल्ली में एडे वड्डे इकट्ठ होंदे आ ते मुड़ के उन्हां नूं मजबूर होना पैंदा आ ये पैक्ट करने वास्ते। इस पैक्ट नूं गलत साबित करने वास्ते प्रताप सिंह कैरो अपने वड्डा रोल अदा करते हैं। जनरल हाउस श्रोमणी कमेटी वालों भावें इहनूं रिजैक्ट किया जाता है, पर 60 दे विच सिख संगतां प्रताप सिंह कैरो नूं सबक सिखा देंदियां। उहदा जिहड़ा साध संघ बोर्ड है उहदा की हाल हुंदा है पोलीटिकली सारे जानते हैं। तो उस तो बाद किसी भी कांग्रेस सरकार की जरूरत नहीं पई कि इस एक्ट दे विच किसी किस्म की दखलअंदाजी वो कर सके। ये प्राप्ति सी तो ये वड्डा उस समय की लीडरशिप का वड्डा कद सीगा जिस करके हो सकिया। अज का भी हालात साडे सामने है। DC है जिहड़ा वो श्रोमणी गुरुद्वारा प्रबंधक कमेटी के प्रधान का जां लीडरशिप का मैमोरेंडम लैन वास्ते उन्होंने समा नहीं दिंदा। उस वक्त भारत का प्रधानमंत्री मजबूर हुंदा आ ते इस हालातां तक पहुँचण विच साडी जिहड़ी मौजूदा लीडरशिप है वो पूरी तरह जिम्मेवार है। जे असीं कहीए कि बाहरों साडे ते अटैक हो रहा, साडियां संस्थावां नूं कोई वीक कर रहा है, उहदे विच वड्डी जिम्मेवारी साडी है। पर इहदे बावजूद भी किसी भी सरकार नूं ये अधिकार नहीं मिलता कि वो साडे जिहड़े अंदरूनी मामले है पंथ दे उन्हां दे विच, क्योंकि ये कोई भी तब्दीली है वो श्रोमणी गुरुद्वारा प्रबंधक कमेटी के जनरल हाउस की प्रवानगी तो बिना संभव नहीं है। लेकिन हुण यतन किया गया जिस तरह ये पोलीटिकल कारण जी सारे जानते हैं, उन्होंने पोलीटिकल लाहा लैण वास्ते सारा कुछ किया है। लेकिन वार वार ये है कि असी साडी मौजूदा लीडरशिप की जिहड़ा कद छोटा होने करके उन्हों की अप्रोच है जिहड़ी वो गैर पंथक होने करके अज इत्थे असी पहुँचे हैं। जेकर ये हालात जिहड़े 2015 दे होए है उहदे विच कुछ सवै पड़चोल करती, कोई आपा पड़चोल करती साडी लीडरशिप श्रोमणी गुरुद्वारा प्रबंधक कमेटी की, श्रोमणी अकाली दल की, तो अज हालातों तो बचिया जा सकता सीगा। परंतु सारी सिख संगत नूं पता है अज जिन्ना मर्जी श्रोमणी कमेटी दे लीडरशिप रौला पवे, जदों वो 2015 दे विच गुरु ग्रंथ साहिब की बेअदबी नूं लैके चुप धारदी है, 328 स्वरूपों के मसले नूं लैके चुप धारदी है, तो उहदे कोल हुण मौलिक अधिकार कोई ग्राउंड नहीं बचती हैगी कि वो इस वक्त लड़ाई लड़न दे योग हो सके। जिहड़ा संघर्ष इस तो बाद बनता सीगा उहदे लड़न दे ना तो अकाली दल समर्थ है, ना श्रोमणी गुरुद्वारा प्रबंधक कमेटी समर्थ है। इस करके हुण जिहड़ी अगे आ लड़ाई है वो साडी गवर्नर नूं मंग पत्र देण जां होर जिहड़े उत्थे तक सीमित है। तो ये सानूं पता है गुरुद्वारा सुधार लहर दे जिहड़ी साडी प्राप्ति हुई है गुरुद्वारा बिल की, ये कोई मंग पत्र देण नाल नहीं हुई। ये पिछे बहुत वड्डा संघर्ष है, कुर्बानियां ने। ते हाँ जी, वो कुर्बानियां जिहड़ियां ने वख-वख मोर्चों के रूप च ने। गुरुद्वारा सुधार लहर दे भावें वो मोर्चा ननकाना साहिब का होवे, जैतो का होवे, ਉਹਦੇ ਵਿੱਚ ਜਿਹੜਾ किरदार आ साडी लीडरशिप का, लीडरशिप की ਜਿਹੜੀ अगली कुर्बानी हैगी आ, शहादतां ने, ਉਹਦੇ चों निकल के सारा कुछ आउंदा है। वो वरतारा कंटीन्यू हुंदा आ जिहदे करके साडी एक वड्डी धिर बनदी है। पंजाब दे विच किने
ਅਸੀਂ ਉਹ ਜਦੋਂ ਮਾਸਟਰ ਜਿਹਦਾ ਨਹਿਰੂ ਨਾਲ ਪੈਕਟ ਹੁੰਦਾ ਆ ਤਾਂ ਘੱਟ ਗਿਣਤੀਆਂ ਹੋਰ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਕੋਲ ਆਉਂਦੇ ਆ ਕਿ ਹੁਣ ਤੁਸੀਂ ਸਾਡੀ ਲੜਾਈ ਤੁਸੀਂ ਲੜੋ, ਅਸੀਂ ਤੁਹਾਨੂੰ ਆਪਣਾ ਜਿਹੜਾ ਆਗੂ ਦੇ ਰੂਪ 'ਚ ਮੰਨਦੇ ਹਾਂ। ਅਤੇ ਅੱਜ ਹਾਲਾਤ ਜਿਹੜੇ ਆ ਉਹਨਾਂ ਨੂੰ ਕੰਪੇਅਰ ਕਰ ਲਓ ਕੀ ਹੈ। ਅੱਜ ਜਿਹੜਾ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਾਰੇ ਸਹਿਮਤ ਨਹੀਂ ਹੈਗੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਅੱਜ ਦੇ ਦੌਰ ਦੇ ਵਿੱਚ ਕੁਝ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਆ ਕਿ ਸਾਨੂੰ ਕੁਝ ਰਵਾਇਤਾਂ ਦੇ ਨਾਂ 'ਤੇ ਉਹ ਇਹ ਯਤਨ ਕੀਤਾ ਜਾ ਰਿਹਾ ਕਿ ਅਸੀਂ ਹਿਸਟਰੀ ਦੇ ਵਿੱਚ 100 ਸਾਲ 200 ਸਾਲ ਵਾਪਸ ਜਾ ਕੇ ਜਿਹੜਾ ਆ ਉਹ ਜਿਹੜਾ ਕੋਈ ਕੰਟੀਨਿਊ ਕਰ ਸਕਦੇ ਹਾਂ ਕੋਈ ਪ੍ਰੋਸੈਸ। ਇਸ ਤਰ੍ਹਾਂ ਹਿਸਟਰੀ 'ਚ ਨਹੀਂ ਹੁੰਦਾ ਕਿ ਅਸੀਂ 100 ਸਾਲ 200 ਸਾਲ ਵਾਪਸ ਜਾ ਕੇ ਉਹ ਜੀਵਨ ਸ਼ੈਲੀ ਹੈ ਜਿਹੜਾ ਉਹਨੂੰ ਅਪਣਾ ਸਕੇ ਕੋਈ ਸੁਸਾਇਟੀ ਸਮੁੱਚੇ ਰੂਪ ਦੇ ਵਿੱਚ। ਸਾਨੂੰ ਅੱਜ ਦੇ ਸੰਦਰਭ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਸੁਧਾਰ ਹੈ ਜਿਹੜਾ ਉਹਦੇ ਵਿੱਚ ਮੰਡੇਰ ਨੇ ਵੀ ਇੱਕ ਥਾਂ ਆਪਣੇ ਇੰਟਰਵਿਊ ਵਿੱਚ ਕਿਹਾ ਆ ਕਿ ਹੁਣ ਸਿੱਖਾਂ ਨੂੰ ਸਿੱਖ ਸਮਾਜ ਨੂੰ ਦੂਸਰੀ ਸਿੰਘ ਸਭਾ ਲਹਿਰ ਦੀ ਜ਼ਰੂਰਤ ਹੈ।